ਪ੍ਰਾਈਮ ਏਸ਼ੀਆ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਨਿੱਘਾ ਸਵਾਗਤ ਕਰਦੇ ਹਾਂ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਵਿਦ ਜਤਿੰਦਰ ਪੰਨੂ ਵਿੱਚ। ਮੈਂ ਹਾਂ ਨਵਜੀਤ। ਖਬਰਾਂ ਤੇ ਚਰਚਾ ਕਰਨ ਲਈ ਹਰ ਰੋਜ਼ ਦੀ ਤਰ੍ਹਾਂ ਪੰਨੂ ਸਾਹਿਬ ਨਾਲ ਨੇ। ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਪੰਨੂ ਸਾਹਿਬ, ਬਹੁਤ ਬਹੁਤ ਸਵਾਗਤ ਜੀ। ਜੀ ਪੰਨੂ ਸਾਹਿਬ, ਸੁਪਰੀਮ ਕੋਰਟ ਨੇ ਜੋਗੀ ਸਰਕਾਰ ਨੂੰ ਸਵਾਲ ਪੁੱਛਿਆ ਕਿ ਲਖੀਮਪੁਰ ਹਿੰਸਾ ਦੇ ਮਾਮਲੇ ਵਿੱਚ ਕਿੰਨੀ ਕੁ ਤੱਕ ਕਾਰਵਾਈ ਹੋਈ ਹੈ, ਕਿੰਨੇ ਜਣਿਆਂ ਨੂੰ ਗ੍ਰਿਫਤਾਰ ਕੀਤਾ ਹੈ। ਉਹ ਤੋਂ ਵੀ ਵੱਡੇ ਸਵਾਲ ਖੜੇ ਹੋ ਰਹੇ ਆ। ਮਾਇਆਵਤੀ ਦਾ ਕੋਈ ਅਜੇ ਤੱਕ ਬਿਆਨ ਨਹੀਂ ਆਇਆ। ਜੋਗੀ ਆਦਿੱਤਿਆਨਾਥ ਨੇ ਅਜੇ ਤੱਕ ਕੋਈ ਅਧਿਕਾਰਿਕ ਤੌਰ ਤੇ ਬਿਆਨ ਨਹੀਂ ਦਿੱਤਾ। ਕੀ ਕਹਿਣਾ ਤੁਹਾਡਾ? ਦੇਖੋ, ਬੀਬੀ ਮਾਇਆਵਤੀ ਆਪਣੀਆਂ ਗਿਣਤੀਆਂ ਮਿਣਤੀਆਂ 'ਚ ਹੋਵੇਗੀ। ਪਹਿਲੇ ਦਿਨ ਉਹਨੇ ਇੱਕ ਵਾਰੀ ਨਿਖੇਧੀ ਕਰ ਦਿੱਤੀ। ਸਵਾਲ ਤਾਂ ਅੱਜ ਕੁਝ ਲੋਕਾਂ ਨੇ ਇਹ ਵੀ ਉਠਾਇਆ ਕਿ ਅੱਜ 5ਵਾਂ ਦਿਨ ਹੋ ਗਿਆ ਤੇ ਅਕਾਲੀ ਦਲ ਹੁਣ ਉਧਰ ਨੂੰ ਲਖੀਮਪੁਰ ਖੇੜੀ ਨੂੰ ਚੱਲਿਆ ਜੀ। ਸਵਾਲ ਕਈਆਂ ਤਰ੍ਹਾਂ ਤੇ ਉੱਠਦੇ ਆ। ਉਹਨੂੰ ਸਾਰੇ ਕੁਝ ਨੂੰ ਛੱਡੀ ਅਸੀਂ। ਯੋਗੀ ਆਦਿੱਤਿਆਨਾਥ ਇਸ ਵੇਲੇ ਵਾਦ ਵਿਵਾਦ ਦੇ ਕੇਂਦਰ 'ਚ। ਉਸ ਦਿਨ ਦਾ ਉਹਨੇ ਆਪਣੀ ਸਾਰੀ ਸਰਕਾਰ ਦਾ ਜ਼ੋਰ ਇਸ ਗੱਲ 'ਤੇ ਲਵਾਇਆ ਕਿ ਇੱਕ ਤਾਂ ਵਿਰੋਧੀ ਧਿਰ ਦੇ ਲੀਡਰਾਂ ਨੂੰ ਉੱਥੇ ਜਾਣ ਨਹੀਂ ਦੇਣਾ ਜੀ, ਤਾਂ ਕਿ ਉੱਥੇ ਜਾ ਕੇ ਲੋਕਾਂ ਨਾਲ ਜੇ ਹਮਦਰਦੀ ਪ੍ਰਗਟ ਕਰਨ, ਇਹਦੀ ਕੋਈ ਚਰਚਾ ਚੱਲੇ ਤੇ ਉਹਨੂੰ ਰੋਕੀ ਜਾ ਸਕੇ। ਦੂਜਾ, ਪਹਿਲੇ ਇੱਕ ਦਿਨ ਕਿਸੇ ਕਿਸਮ ਦੀ ਪੁਲਿਸ ਦੀ ਕਾਰਵਾਈ ਨਹੀਂ, ਦੂਜੇ ਦਿਨ ਦਬਾਅ ਥੱਲੇ ਆਖਿਆ ਕੇਸ ਦਰਜ ਕਰਾਂਗੇ। ਕੇਸ ਦਰਜ ਕਰਨ ਲੱਗਿਆ ਕ੍ਰਾਸ ਕੇਸ ਦਰਜ ਕੀਤਾ ਗਿਆ 10-12 ਅਣਪਛਾਤੇ ਕਿਸਾਨ ਲਿਖ ਕੇ, ਤਾਂ ਕਿ ਦਬਕਾ ਰੱਖਿਆ ਜਾ ਸਕੇ ਕਿ ਬਾਅਦ ਵਿੱਚ ਕਿਸਾਨਾਂ ਨੂੰ ਵੀ ਜੇਲ੍ਹ ਹੋ ਸਕਦੀ ਹੈ ਜੀ। ਉਸ ਦਿਨ ਜੋ ਕੁਛ ਦੇਸ਼ ਦੀ ਸੁਪਰੀਮ ਕੋਰਟ 'ਚ ਹੋਇਆ ਬਹੁਤ ਅਫਸੋਸਨਾਕ ਸੀ। ਜੱਜ ਸਾਹਿਬਾਨ ਨੇ ਇਸ ਗੱਲ 'ਤੇ ਕੋਈ ਦੁੱਖ ਪ੍ਰਗਟ ਨਹੀਂ ਸੀ ਕੀਤਾ ਕਿ ਕਿਸਾਨ ਮਾਰੇ ਗਏ। ਇਸ ਗੱਲ 'ਤੇ ਸੀ ਕਿ ਜਦ ਲਖੀਮਪੁਰ ਖੇੜੀ ਵਰਗੀਆਂ ਘਟਨਾਵਾਂ ਹੁੰਦੀਆਂ ਤੇ ਕੋਈ ਇਹਦੀ ਜ਼ਿੰਮੇਵਾਰੀ ਨਹੀਂ ਲੈਂਦਾ ਜੀ। ਇਹਦਾ ਕਰਕੇ ਸਾਰੇ ਦੇਸ਼ ਦੇ ਵਿੱਚ ਦੇਸ਼ ਦੀ ਸਭ ਤੋਂ ਵੱਡੀ ਅਦਾਲਤ ਸੁਪਰੀਮ ਕੋਰਟ ਦੇ ਬਾਰੇ 'ਚ ਚਰਚਾ ਚੱਲੀ ਸੀ। ਮੈਂ ਵੀ ਦੁਖੀ ਹੋਇਆ ਬੋਲਿਆ ਸੀ। ਬਹੁਤ ਸਾਰੇ ਹੋਰ ਲੋਕ ਬੋਲੇ ਸਨ। ਕੱਲ੍ਹ ਬੁੱਧਵਾਰ ਸੁਪਰੀਮ ਕੋਰਟ ਨੇ ਪਤਾ ਲੱਗਾ ਕਿ ਆਪਣੇ ਤੌਰ 'ਤੇ ਨੋਟਿਸ ਲਿਆ ਇਸ ਘਟਨਾ ਦਾ। ਅੱਜ ਸੁਪਰੀਮ ਕੋਰਟ ਨੇ ਸਪਸ਼ਟ ਕਰ ਦਿੱਤਾ ਕਿ ਆਪਣੇ ਤੌਰ 'ਤੇ ਨੋਟਿਸ ਨਹੀਂ ਲਿਆ। 2 ਵਕੀਲਾਂ ਨੇ ਸੁਪਰੀਮ ਕੋਰਟ ਨੂੰ ਲਿਖਿਆ ਸੀ ਕਿ ਆਹ ਕੁਛ ਹੋ ਰਿਹਾ, ਇਹਦਾ ਨੋਟਿਸ ਲੈਣਾ ਬਣਦਾ ਜੀ। ਸੁਪਰੀਮ ਕੋਰਟ ਦੇ ਮੁਖੀ ਨੇ, ਭਾਰਤ ਦੇ ਚੀਫ ਜਸਟਿਸ ਨੇ, ਜਸਟਿਸ ਰਮੰਨਾ ਤੇ 2 ਹੋਰ ਜੱਜ ਸਾਹਿਬਾਨ ਨੇ ਅੱਜ ਸੁਣਵਾਈ ਕੀਤੀ ਹੈ। ਸੁਣਵਾਈ ਦੇ ਮੌਕੇ ਜਦੋਂ ਨਾ ਪੁੱਛਿਆ ਹੁਣ ਤੱਕ ਕੀ ਕੀਤਾ, ਤੇ ਉੱਤਰ ਪ੍ਰਦੇਸ਼ ਸਰਕਾਰ ਦੀ ਵਕੀਲ ਨੇ ਕਹਿ ਦਿੱਤਾ ਜੀ ਕੇਸ ਦਰਜ ਕਰ ਲਿਆ ਜੀ, ਅਸੀਂ ਕੇਸ ਬੜੀ ਤੇਜ਼ੀ ਨਾਲ ਦਰਜ ਕੀਤਾ ਜੀ। ਅੱਜ 5ਵਾਂ ਦਿਨ ਹੋ ਗਿਆ। ਐਤਵਾਰ ਦੀ ਘਟਨਾ, ਸੋਮ, ਮੰਗਲ, ਬੁੱਧ, ਵੀਰ, ਅੱਜ 5ਵਾਂ ਦਿਨ ਜੀ। ਅਜੇ ਤੱਕ ਇੱਕ ਵੀ ਬੰਦਾ ਗ੍ਰਿਫਤਾਰ ਨਾ ਕੀਤਾ ਗਿਆ ਹੋਵੇ ਤਾਂ ਸਾਫ਼ ਨਹੀਂ ਦਿਸਦਾ ਕਿ ਉੱਤਰ ਪ੍ਰਦੇਸ਼ ਦੀ ਸਰਕਾਰ ਮੁਜਰਮਾਨਾ ਕੋਤਾਹੀ ਕਰ ਰਹੀ ਹੈ। ਜਾਣ ਬੁੱਝ ਕੇ ਦੋਸ਼ੀਆਂ ਨੂੰ ਭੱਜਣ ਦਾ ਰਾਹ ਦੇ ਰਹੀ ਹੈ, ਬਚਣ ਦਾ ਰਾਹ ਦੇ ਰਹੀ ਹੈ। ਇਸ ਕਰਕੇ ਰਾਹ ਦੇ ਰਹੀ ਹੈ ਕਿ ਆਪਣੇ ਆਪ ਨੂੰ ਤਿਆਗੀ ਪੁਰਸ਼ ਕਹਿਣ ਵਾਲਾ, ਯੋਗੀ ਕਹਿਣ ਵਾਲਾ, ਦੀਨ ਦੁਨੀਆ ਤੋਂ ਬਰਕਤ ਦੱਸਣ ਵਾਲਾ ਸੰਤ ਪੁਰਸ਼, ਉਸ ਰਾਜ ਦਾ ਮੁਖੀ ਆਪਣੀ ਪਾਰਟੀ ਦੇ ਇੱਕ ਹਿਸਟਰੀ ਸ਼ੀਟਰ ਕੇਂਦਰੀ ਲੀਡਰ ਨੂੰ, ਉਹਦੇ ਪੁੱਤਰ ਨੂੰ, ਉਹਨਾਂ ਦੇ ਸਾਥੀਆਂ ਨੂੰ ਬਚਾਉਣ ਵਾਸਤੇ ਆਪਣੀ ਸਰਕਾਰ ਦਾ ਸਾਰਾ ਤਾਣ ਲਾ ਰਿਹਾ। ਹੋਰ ਤਾਂ ਕੋਈ ਕਾਰਨ ਹੀ ਨਹੀਂ ਬਣਦਾ। ਇਹ ਕਿੱਦਾਂ ਹੋ ਸਕਦਾ ਕਿ ਉਸ ਦਿਨ ਦਾ ਉੱਥੋਂ ਦੀ ਪੁਲਿਸ ਨੂੰ ਮੰਤਰੀ ਦਾ ਪੁੱਤਰ ਨਾ ਲੱਭਾਵੇ? ਮੰਤਰੀ ਦੇ ਪੁੱਤਰ ਦੇ ਨਾਲ ਤਾਂ ਸਿਕਿਉਰਿਟੀ ਤੁਰੀ ਫਿਰਦੀ ਹੈ, ਤੁਹਾਡੀ ਤੇ ਕਿੱਦਾਂ ਨਹੀਂ ਲੱਭਦਾ? ਜੀ। ਮੰਤਰੀ ਦਿੱਲੀ 'ਚ ਮੀਟਿੰਗਾਂ ਕਰਦਾ, ਕੋਈ ਹੋਰ ਗਾਮਾ ਮਾਝਾ ਹੁੰਦਾ ਤੇ ਹੁਣ ਨੂੰ ਉਹਨਾਂ ਦੇ ਦੂਰ ਨੇੜੇ ਦੇ ਸਾਰੇ ਰਿਸ਼ਤੇਦਾਰ ਵੀ ਲਿਆ ਕੇ ਚੌਕੀ 'ਚ ਬਿਠਾਏ ਹੋਣੇ ਸੀ ਤੇ ਉਹਨਾਂ ਦੀਆਂ ਚੀਕਾਂ ਅੱਧੇ ਮਹੱਲੇ 'ਚ ਸੁਣਨੀਆਂ ਸੀ। ਅੱਜ ਇਸ ਕਰਕੇ ਕਿ ਕੇਂਦਰੀ ਮੰਤਰੀ, ਔਰ ਮੰਤਰੀ ਵੀ ਸਾਰੇ ਦੇਸ਼ ਦੀ ਪੁਲਿਸ ਦੇ ਮਹਿਕਮੇ ਦਾ ਗ੍ਰਹਿ ਰਾਜ ਮੰਤਰੀ ਹੈ, ਤੇ ਉਹਦੇ ਪੁੱਤਰ ਨੂੰ ਫਿਰ ਖੁੱਲ੍ਹੀ ਛੁੱਟੀ ਹੈ। ਅਸੀਂ ਸੁਣਦੇ ਸਾਂ ਜ਼ੋਰਾਵਰਾਂ ਦਾ 37ਵੀਂ ਸੌ ਦੇ ਨਾਲ ਇੱਕ ਹੋਰ ਗੱਲ ਸੁਣਦੇ ਹੁੰਦੇ ਸਾਂ, ਫਲਾਨਾ ਤਾਂ ਇੰਨਾ ਤਾਕਤਵਰ ਹੈ, ਉਹਦੀ ਰਾਜ ਵਿੱਚ, ਸਰਕਾਰ ਵਿੱਚ ਇੰਨੀ ਪਹੁੰਚ ਹੈ ਕਿ ਹੁਣ ਤਾਂ 7 ਖੂਨ ਮਾਫ ਨੇ। ਕੀ ਹੁਣ ਅਸੀਂ ਇਹ ਸਮਝ ਲਈਏ ਕਿ ਇਹਨਾਂ ਨੂੰ ਖੂਨ ਕੀਤੇ ਵੀ ਮਾਫ ਨੇ? ਇਸ ਮਸਲੇ 'ਤੇ ਅੱਜ ਸੁਪਰੀਮ ਕੋਰਟ ਨੇ ਜਿਸ ਤਰ੍ਹਾਂ ਉੱਤਰ ਪ੍ਰਦੇਸ਼ ਸਰਕਾਰ ਨੂੰ ਖਿੱਚਿਆ, ਜਿਵੇਂ ਇਹਨਾਂ ਨੂੰ ਆਖਿਆ ਕੱਲ੍ਹ ਤੱਕ ਇਹ ਦੱਸੋ FIR ਫਸਟ ਇਨਫੋਰਮੇਸ਼ਨ ਰਿਪੋਰਟ ਜਿਹੜੀਆਂ ਨੇ, ਸ਼ਿਕਾਇਤਾਂ ਕਿੰਨੀਆਂ ਦਰਜ ਕੀਤੀਆਂ।
ਹਾਈ ਕੋਰਟ ਤੱਕ ਕਿੰਨੇ ਲੋਕਾਂ ਨੇ ਪਹੁੰਚ ਕੀਤੀ, ਸ਼ਿਕਾਇਤਾਂ ਤੋਂ ਬਾਅਦ ਕਾਰਵਾਈ ਕੀ ਹੋਈ, ਹੁਣ ਤੱਕ ਕਿੰਨੇ ਲੋਕ ਫੜੇ, ਔਰ ਨਾਲ ਸੁਪਰੀਮ ਕੋਰਟ ਨੇ ਆਖਿਆ 24 ਘੰਟਿਆਂ ਦੇ ਅੰਦਰ ਅੰਦਰ ਤੁਸੀਂ ਇਸ ਗੱਲ ਦਾ ਜਵਾਬ ਦੇਣਾ ਜੀ। ਇਹਦੇ ਨਾਲ ਲੋਕਾਂ ਨੂੰ ਥੋੜ੍ਹਾ ਜਿਹਾ ਹੌਸਲਾ ਤਾਂ ਵੱਝਦਾ, ਪਰ ਅਜੇ ਪੂਰਾ ਨਹੀਂ। ਪੂਰਾ ਉਦੋਂ ਵੱਜੇਗਾ ਜਦੋਂ ਸੁਪਰੀਮ ਕੋਰਟ ਇਹਨਾਂ ਰਾਜ ਕਰਤਿਆਂ ਤੇ ਇਹਨਾਂ ਦੇ ਪਿਛਲੱਗਾਂ ਦੀ ਬਾਂਹ ਨੂੰ ਮਰੋੜਾ ਚਾੜ ਕੇ ਇਹ ਆਖੇਗੀ ਆਵਾਰਾ ਕਿੱਦਾਂ ਤੁਰੇ ਫਿਰਦੇ ਆ, ਇਹਨਾਂ ਨੂੰ ਫੜ ਕੇ ਸਿੱਖਾਂ ਦੇ ਪਿੱਛੇ ਬੰਦ ਕਿਉਂ ਨਹੀਂ ਕੀਤਾ, ਕਰੋ। ਔਰ ਜੇ ਨਹੀਂ ਕਰਦੇ ਤੇ ਸੁਪਰੀਮ ਕੋਰਟ ਸੁਪਰੀਮ ਹੈ, ਸਿਰਫ ਨਾਂ ਦੇ ਤੌਰ ਤੇ ਸੁਪਰੀਮ, ਉਹਨੂੰ ਸੱਚੀ ਮੁੱਚੀ ਸੁਪਰੀਮ ਬਣ ਕੇ ਉਸ ਸੂਬੇ ਦੀ ਸਰਕਾਰ ਨੂੰ ਤੇ ਉਹਦੇ ਉੱਤੇ ਵੱਡੀ ਸਰਕਾਰ ਦਿੱਲੀ ਵਾਲੀ ਕੇਂਦਰ ਸਰਕਾਰ ਨੂੰ ਇਸ ਗੱਲ ਵਾਸਤੇ ਸਖਤੀ ਨਾਲ ਕਹਿਣਾ ਪਵੇਗਾ ਕਿ ਦੇਸ਼ ਅਮਨ ਕਾਨੂੰਨ ਦੀ ਰਾਖੀ ਕੀਤੇ ਬਗੈਰ ਨਹੀਂ ਚੱਲ ਸਕਦਾ। ਤੁਹਾਡੇ ਬੰਦਿਆਂ ਨੂੰ ਇੰਨੀ ਖੁੱਲ੍ਹੀ ਛੁੱਟੀ ਨਹੀਂ ਮਿਲ ਸਕਦੀ ਕਿ ਜਿਹਨੂੰ ਮਰਜ਼ੀ ਜਦੋਂ ਮਰਜ਼ੀ ਲਤਾੜ ਕੇ ਲੰਘ ਜਾਣ ਜੀ। ਅੱਗੇ ਲਖੀਮਪੁਰ ਖੀਰੀ ਦੀ ਘਟਨਾ ਹੋਈ ਸੀ, ਅੱਜ ਸਵੇਰ ਦਾ ਅੰਬਾਲੇ ਦਾ ਵੀ ਰੌਲਾ ਪੈਂਦਾ ਪਿਆ, ਪਤਾ ਨਹੀਂ ਭਲਕ ਤੱਕ ਕੀ ਹਾਲਾਤ ਹੋਣੇ ਜੀ। ਆਸ ਹੈ ਕਿ ਸੁਪਰੀਮ ਕੋਰਟ ਕੁਝ ਨਾ ਕੁਝ ਕਰੂਗੀ, ਬਾਕੀ ਕੱਲ ਵੇਖਾਂ। ਸਹੀ ਗੱਲ ਹੈ ਪਨੂ ਸਾਹਿਬ, ਕਿਉਂਕਿ ਕਾਨੂੰਨ ਤੇ ਸਵਾਲ ਇਸ ਕਰਕੇ ਵੀ ਖੜੇ ਹੁੰਦੇ ਆ, ਬੱਕਰੀਆਂ ਗਵਾਚਦੀਆਂ, ਮੱਝਾਂ ਗਵਾਚ ਜਾਂਦੀਆਂ ਤੇ ਪੁਲਿਸ ਸਾਰੀ ਲੱਭਣ ਲੱਗ ਪੈਂਦੀ ਹੈ, ਤਾਂ ਫਿਰ ਵੀ ਚਲੋ ਬੰਦੇ ਆ। ਦੂਸਰੇ ਪਾਸੇ ਭਾਜਪਾ ਨੇ ਨਵੀਂ ਕੌਮੀ ਕਾਰਜਕਾਰਨੀ ਦਾ ਐਲਾਨ ਕੀਤਾ। ਮੇਨਕਾ ਗਾਂਧੀ ਤੇ ਵਰੁਣ ਗਾਂਧੀ ਨੂੰ ਬਾਹਰ ਕਰ ਦਿੱਤਾ, ਮਿਥੁਨ ਚੱਕਰਵਰਤੀ ਦੀ ਐਂਟਰੀ ਹੋਈ ਹੈ। ਇਹ ਬਾਹਰ ਕਰਨ ਦਾ ਕਾਰਨ ਕੀ ਲੱਗਦਾ? ਇਹ ਮਾਂ ਪੁੱਤ ਕੋਈ ਲੀਡਰ ਥੋੜੇ ਸੀ, ਇਹ ਕੋਈ ਲੀਡਰ ਨਹੀਂ ਸੀਗੇ। ਇੰਦਰਾ ਗਾਂਧੀ ਦਾ ਛੋਟਾ ਪੁੱਤਰ ਮਰ ਗਿਆ ਸੀ ਹਵਾਈ ਹਾਦਸੇ 'ਚ। ਲੋਕੀ ਅਜੇ ਤੱਕ ਕਹਿੰਦੇ ਆ ਜਿਹੜਾ ਪੁੱਤਰ ਕਾਰ ਬਣਾਉਣ ਲੱਗਾ ਸੀ ਉਹ ਜਹਾਜ਼ ਉਡਾਉਂਦਾ ਜਾਨ ਗਵਾ ਬੈਠਾ, ਜਿਹੜਾ ਜਹਾਜ਼ ਉਡਾਉਣ ਵਾਲਾ ਸੀ ਉਹ ਸਰਕਾਰ ਚਲਾਉਂਦਾ, ਜੋ ਰਾਜਨੀਤੀ ਕਰਦਾ, ਜਾਨ ਗਵਾ ਬੈਠਾ। ਦੋਵੇਂ ਚਲੇ ਗਏ। ਜਦੋਂ ਛੋਟੇ ਪੁੱਤਰ ਦੀ ਮੌਤ ਹੋਈ ਆ ਤੇ ਛੋਟੀ ਨੂੰਹ ਮੇਨਕਾ ਗਾਂਧੀ, ਇਹਦੀ ਨਾ ਸੱਸ ਨਾਲ ਬਣੀ ਨਾ ਜਠਾਣੀ ਨਾਲ ਬਣੀ, ਰੇੜਕਾ ਪੈ ਗਿਆ, ਇਹ ਅੱਡ ਹੋ ਗਈ। ਅਗਲੀ ਚੋਣ ਦੇ ਵਿੱਚ ਇਹ ਆਪਣੇ ਜੇਠ ਦੇ ਮੁਕਾਬਲੇ ਚੋਣ ਲੜੀ, ਹਾਰ ਗਈ। ਵੱਖਰੇ ਹਾਲਾਤ ਸਨ, ਉਹ ਗੱਲ ਆਈ ਗਈ ਹੋ ਗਈ। ਫਿਰ ਇਹ ਸ਼ਰੀਕ ਸਾੜੇ ਦੇ ਵਿੱਚ ਆਪਣੇ ਪਰਿਵਾਰ ਦੇ ਖਿਲਾਫ ਭੁਗਤਣ ਵਾਸਤੇ ਵਿਰੋਧੀਆਂ ਨਾਲ ਰਲ ਗਏ। ਪਹਿਲਾਂ ਨੂੰ ਵੀਪੀ ਸਿੰਘ ਦੀ ਸਰਕਾਰ ਨੇ ਕੇਂਦਰੀ ਮੰਤਰੀ ਬਣਾਇਆ, ਫਿਰ ਦੇਵਗੌੜਾ ਸਰਕਾਰ ਦੇ ਵਿੱਚ, ਫਿਰ ਗੁਜਰਾਲ ਸਰਕਾਰ ਦੇ ਵਿੱਚ ਵਾਜਪਾਈ ਸਰਕਾਰ ਆਈ ਤੇ ਇਹ ਉਹਦੇ ਵਿੱਚ ਮੰਤਰੀ, ਉਹਦੀਆਂ 2 ਸਰਕਾਰਾਂ 'ਚ ਮੰਤਰੀ। ਮੋਦੀ ਸਾਹਿਬ ਆਏ ਤੇ ਉਹਨਾਂ ਦੀ ਪਹਿਲੀ ਸਰਕਾਰ ਵਿੱਚ ਵੀ ਮੰਤਰੀ। ਬੀਬੀ ਨੂੰ ਵਹਿਮ ਪੈ ਗਿਆ ਕਿ ਮੈਂ ਬਹੁਤ ਵੱਡੀ ਲੀਡਰ ਹਾਂ, ਮੈਨੂੰ ਤਾਂ ਇੰਨਾ ਥਾਂ ਮਿਲਦਾ। ਅਸਲ 'ਚ ਉਹ ਲੀਡਰ ਕੋਈ ਨਹੀਂ। ਉਹਨੂੰ ਇਸ ਕਰਕੇ ਰੱਖਿਆ ਜਾਂਦਾ ਸੀ ਕਿ ਨਹਿਰੂ ਗਾਂਧੀ ਪਰਿਵਾਰ ਨੂੰ ਠਿੱਠ ਕਰਨ ਵਾਸਤੇ, ਸ਼ਰਮਿੰਦੇ ਕਰਨ ਵਾਸਤੇ ਉਹਨਾਂ ਦੇ ਸਾਹਮਣੇ ਜਾ ਕੇ ਬਿਠਾਉਣਾ। ਔਰ ਬੀਬੀ ਇਹਨੇ ਨੀਵੇਂ ਪੱਧਰ ਤੱਕ ਚਲੀ ਗਈ ਕਿ ਜਦੋਂ ਐਮਰਜੈਂਸੀ ਦੀ ਵਰ੍ਹੇਗੰਢ ਮਨਾਉਣੀ ਸੀ ਸਾਲ 2000 'ਚ, ਲਾਲ ਕ੍ਰਿਸ਼ਨ ਅਡਵਾਨੀ ਨੇ ਕਿਤਾਬ ਲਿਖੀ ਔਰ ਰਿਲੀਜ਼ ਕਰਨੀ ਸੀ, ਇਹਦੇ ਪਤੀ ਦੇ ਖਿਲਾਫ, ਸੰਜੇ ਗਾਂਧੀ ਦੇ ਖਿਲਾਫ ਲਿਖਿਆ ਸੀ, ਤੇ ਰਿਲੀਜ਼ ਸਮਾਗਮ ਦੀ ਸਟੇਜ ਤੇ ਜਾ ਕੇ ਆਪਣੇ ਪਤੀ ਦੇ ਖਿਲਾਫ ਵੀ ਬੋਲਣ ਵਾਲੇ ਦੇ ਕੋਲ ਬੈਠ ਗਈ। ਉਦੋਂ ਤੋਂ ਲੈ ਕੇ ਸਿਰਫ ਰਾਜਨੀਤੀ 'ਚ ਚੌਧਰ ਦੀ ਖਾਤਰ ਉਧਰ ਸੀ। ਬਾਅਦ 'ਚ ਨੇ ਆਪਣਾ ਪੁੱਤਰ ਵੀ ਲੈ ਆਂਦਾ। ਪੁੱਤਰ ਆਇਆ ਤੇ ਪੁੱਤਰ ਦੇ ਸਿਰ ਨੂੰ ਲੀਡਰੀ ਹੋਰ ਚੜ੍ਹ ਗਈ। 2014 ਦੇ ਵਿੱਚ ਉਹਨੇ ਵੇਖਿਆ ਕਿ ਮੋਦੀ ਸਾਹਿਬ ਆ ਗਏ ਤੇ ਹੁਣ ਸੂਬਿਆਂ 'ਚ ਸਰਕਾਰਾਂ ਆਪਣੀਆਂ ਬਣਨੀਆਂ ਨੇ। 2017 ਜਦੋਂ ਕੈਪਟਨ ਅਮਰਿੰਦਰ ਸਿੰਘ ਪੰਜਾਬ 'ਚ ਬਣਦਾ ਤੇ ਯੋਗੀ ਆਦਿੱਤਿਆਨਾਥ ਬਣਦਾ ਉੱਤਰ ਪ੍ਰਦੇਸ਼ 'ਚ, ਉਹਨਾਂ ਚੋਣਾਂ ਤੋਂ ਪਹਿਲਾਂ ਵਰੁਣ ਗਾਂਧੀ ਨੇ ਸਾਰੀ यूपी 'ਚ ਵੱਡੇ ਵੱਡੇ ਬੋਰਡ ਲਵਾਤੇ, उत्तर प्रदेश का मुख्यमंत्री कैसा हो, वरुण गांधी जैसा हो। ਇਹਦੇ ਤੋਂ ਸਾਰੀ ਭਾਜਪਾ ਭੜਕ ਉੱਠੀ ਕਿ ਤੁਹਾਨੂੰ ਤਾਂ ਸੋਨੀਆ ਗਾਂਧੀ ਤੇ ਉਹਦੇ ਪਰਿਵਾਰ ਦੇ ਖਿਲਾਫ ਵਰਤਣ ਵਾਸਤੇ ਰੱਖਿਆ, ਤੂੰ ਮੁੱਖ ਮੰਤਰੀ ਦੇ ਸੁਪਨੇ ਲੈਣਾ। ਨਰਿੰਦਰ ਮੋਦੀ ਤੇ ਅਮਿਤ ਸ਼ਾਹ ਨੇ ਸਦਕੇ ਨੂੰ ਆਖਿਆ ਕਿ ਜਦ ਤੱਕ ਅਸੈਂਬਲੀ ਚੋਣਾਂ ਹੋ ਨਹੀਂ ਜਾਂਦੀਆਂ, ਖਬਰਦਾਰ ਤੂੰ ਉੱਤਰ ਪ੍ਰਦੇਸ਼ ਨਹੀਂ ਵੜਨਾ, ਤੇ ਫਿਰ ਵੜਿਆ ਵੀ ਨਹੀਂ। ਉਦੋਂ ਇਹਦਾ ਪਾਣੀ ਲੱਥ ਗਿਆ, ਉਹਨੂੰ ਸਮਝਣਾ ਚਾਹੀਦਾ ਸੀ। ਫਿਰ 2019 ਦੀਆਂ ਚੋਣਾਂ ਆਈਆਂ, ਇਹਦੀ ਉਸੇ ਜਿਹੜੀ ਬੋਰਡ ਲਾਏ ਸੀ ਉਹਦੀ ਗਲਤੀ ਕਰਕੇ ਨਰਿੰਦਰ ਮੋਦੀ ਦੀ ਦੂਜੀ ਸਰਕਾਰ 'ਚ ਮੇਨਕਾ ਗਾਂਧੀ ਨੂੰ ਵੀ ਮੰਤਰੀ ਨਹੀਂ ਬਣਾਇਆ ਗਿਆ ਜੀ, ਕਿਉਂਕਿ ਮਾਂ ਪੁੱਤ ਫਾਸਲਾ ਪਾ ਚੁੱਕੇ ਸੀ। ਹੁਣ ਇਹਨਾਂ ਨੂੰ ਉੱਥੇ ਟਿਕਣਾ ਔਖਾ, ਹੋਰ ਕਿਸ ਪਾਰਟੀ 'ਚ ਕਿੱਧਰ ਜਾਣਗੇ। ਸੋਨੀਆ ਗਾਂਧੀ ਕੋਲ ਜਾਂਦਿਆਂ ਸ਼ਰੀਕ ਦੇ ਥੱਲੇ ਲੱਗਣਾ ਬੇਇੱਜ਼ਤੀ ਬੜੀ ਹੁੰਦੀ ਆ, ਉੱਧਰ ਮੁੜ ਨਹੀਂ ਸਕਦੇ। ਮਾਇਆਵਤੀ ਬੀਬੀ ਕੋਲ ਜਾ ਨਹੀਂ ਸਕਦੇ, ਉੱਥੇ ਹੋਰ ਬੇਇੱਜ਼ਤੀ ਹੁੰਦੀ ਹੈ। ਅਖਿਲੇਸ਼ ਸਿੰਘ ਵੱਲ ਨਹੀਂ ਜਾ ਸਕਦੇ। ਫਿਰ ਜਿਸ ਤਰ੍ਹਾਂ ਹੁੰਦਾ ਨਾ ਕਿ ਅੰਦਰ ਦੀ ਭੜਾਸ ਕੱਢਣੀ ਆ, ਭੜਾਸ ਕੱਢਣ ਵਾਸਤੇ ਵਰੁਣ ਗਾਂਧੀ ਨੇ ਪਿਛਲੇ ਦਿਨਾਂ ਦੇ ਵਿੱਚ 2-4 ਇਹੋ ਜਿਹੇ ਬਿਆਨ ਦਿੱਤੇ ਜਿਨ੍ਹਾਂ ਤੋਂ ਭਾਜਪਾ ਲੀਡਰਸ਼ਿਪ ਨਾਰਾਜ਼ ਸੀ।
ਅੱਜ ਉਹਨਾਂ ਨੇ ਨਵੀਂ ਐਗਜ਼ੈਕਟਿਵ ਬਣਾਈ ਆ, ਮਾਂ ਪੁੱਤ ਦੋਵਾਂ ਨੂੰ ਬਾਹਰ ਕੱਢਤਾ। ਜੀ ਪਹਿਲਾਂ ਮਿਨਿਸਟਰੀ ਤੋਂ ਬਾਹਰ ਕੀਤੇ ਸੀ, ਹੁਣ ਪਾਰਟੀ ਐਗਜ਼ੈਕਟਿਵ 'ਚੋਂ ਬਾਹਰ ਕੱਢਦੇ ਆ। ਅਗਲੀ ਵਾਰੀ ਜਿੰਨਾ ਕੁ ਮੇਰਾ ਅੰਦਾਜ਼ਾ 2024 ਦੀਆਂ ਚੋਣਾਂ 'ਚ ਭਾਰਤੀ ਜਨਤਾ ਪਾਰਟੀ ਨੇ ਨਾ ਟਿਕਟ ਦੇਣੀ ਹੈ ਮਾਂ ਨੂੰ, ਨਾ ਦੇਣੀ ਹੈ ਪੁੱਤ ਨੂੰ। ਇਹ ਹੁਣ ਅਗਲਾ ਘਰ ਹੁਣੇ ਤੋਂ ਸੋਚਣਾ ਸ਼ੁਰੂ ਕਰ ਦੇਣ ਕਿ ਅਸੀਂ ਕਿਹਦਾ ਦਰਵਾਜ਼ਾ ਖੜਕਾਉਣਾ ਤੇ ਕਿੱਥੇ ਜਾ ਕੇ ਕਾਲ ਬੈਲ ਵਜਾਉਣੀ ਆ। ਇਸ ਘਰ 'ਚ ਹੁਣ ਇਹਨਾਂ ਦੀ ਸਮਾਈ ਦੇ ਚਾਂਸ ਬਹੁਤ ਘੱਟ ਰਹਿ ਗਿਆ। ਜਾਂ ਤਾਂ ਬਹੁਤ ਝੁੱਕ ਕੇ ਜਾ ਕੇ ਸੌਰੀ ਕਹਿ ਕੇ ਦਿਨ ਕੱਟਣੇ ਪੈਣਗੇ, ਜਾਂ ਫਿਰ ਬੀਬੀ ਇਹ ਕਹੇਗੀ ਕਿ ਮੇਰੀ ਹੁਣ ਸਿਹਤ ਠੀਕ ਨਹੀਂ, ਮੈਂ ਉਮਰ ਜ਼ਿਆਦਾ ਹੋ ਗਈ, ਰਿਟਾਇਰ ਹੋ ਰਹੀ ਹਾਂ, ਤੇ ਕਾਕਾ ਕਹੇਗਾ ਮੰਮੀ ਦੀ ਸਿਹਤ ਦਾ ਖਿਆਲ ਰੱਖਣ ਲਈ ਮੈਨੂੰ ਘਰ ਰਹਿਣਾ ਪੈਣਾ। ਗੱਲ ਤਾਂ ਪੰਨੂ ਸਾਹਿਬ ਸਹੀ ਲੱਗਦੀ ਹੈ। ਉਧਰ ਪੰਜਾਬ ਦੀ ਸਿਆਸਤ ਵੱਲ ਮੋੜਾ ਕੱਟਦੇ ਹਾਂ। ਪੰਜਾਬ ਵਿੱਚ ਕਈ ਮੰਤਰੀ ਤਾਂ ਹੁਣ ਜਿਹੜੇ ਕੈਬਨਿਟ ਰੈਂਕ ਆ ਉਹਨਾਂ ਨੇ ਸਰਗਰਮੀਆਂ ਕਰਤੀਆਂ ਤੇਜ਼। ਰਾਜਾ ਵੜਿੰਗ ਨੇ ਬਾਦਲਾਂ ਦੀਆਂ ਬੱਸਾਂ ਤੇ ਫਿਰ ਕਾਰਵਾਈ ਕੀਤੀ ਹੈ। ਕੰਮ ਬਠਿੰਡੇ ਤੋਂ ਸ਼ੁਰੂ ਹੋਇਆ ਸੀਗਾ, ਲੁਧਿਆਣੇ ਹੁੰਦੇ ਹੁੰਦੇ ਹੁਣ ਫਿਰ ਕਿੱਧਰ ਪਹੁੰਚ ਗਿਆ। ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਬਾਦਲਾਂ ਦੇ ਨਾਲ ਸ਼ੁਰੂ ਤੋਂ ਹੀ ਆਡਾ ਲੱਗਾ ਰਿਹਾ। ਇਹ ਜੋ ਜਿੱਤ ਕੇ ਪਹਿਲੀ ਵਾਰੀ ਵਿਧਾਨ ਸਭਾ 'ਚ ਗਿਆ ਸੀ, ਵੱਡੇ ਬਾਦਲ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸੀ, ਉਹਨੇ ਵਿਧਾਨ ਸਭਾ 'ਚ ਆਖਿਆ ਸੀ, ਕਾਕਾ ਤੂੰ ਉਸ ਗਿੱਦੜਬਾਹੇ ਤੋਂ ਜਿੱਤਿਆ ਜਿਹੜਾ ਮੇਰੀਆਂ ਜੜ੍ਹਾਂ ਲਾਉਣ ਵਾਲਾ, ਮੈਂ ਉੱਥੋਂ ਤੁਰਿਆ ਸਾਂ, ਮੇਰਾ ਉਸ ਇਲਾਕੇ ਨਾਲ ਪਿਆਰ ਹੈ, ਤੂੰ ਉਹਦਾ ਵਿਕਾਸ ਕਰੀ। ਵਿਕਾਸ ਲਈ ਜਿੰਨੇ ਪੈਸੇ ਚਾਹੀਦੇ ਹੋਏ ਝਿਜਕੀ ਨਾ ਮੇਰੇ ਕੋਲ ਆ ਜੀ, ਮੈਂ ਤੈਨੂੰ ਬਲੈਂਕ ਚੈੱਕ ਦੇ ਦੂੰਗਾ, ਜਿੰਨੇ ਮਰਜ਼ੀ ਪੈਸੇ ਭਰ ਲੈ। ਬਾਪੂ ਨੇ ਪੈਸੇ ਨਹੀਂ ਸੀ ਦੇਣੇ, ਲੋਕਾਂ ਸਾਹਮਣੇ ਸੱਚੇ ਹੋਣ ਵਾਸਤੇ ਇੱਕ ਬਿਆਨ ਦੇ ਦਿੱਤਾ ਸੀ ਕਿ ਵੇਖੋ ਮੈਂ ਤਾਂ ਖੁੱਲ੍ਹਾ ਖਾਤਾ, ਮੁੰਡੇ ਨੂੰ ਆਖਿਆ ਖਰਚ ਕਰ ਜੀ। ਮੁੰਡਾ ਅੱਗੋਂ ਬਾਪੂ ਦੀ ਆਸ ਨਾਲੋਂ ਵੱਧ ਤੇਜ਼ ਸੀ। ਉਹ ਅਗਲੇ ਦਿਨ ਚਲਾ ਗਿਆ, ਬਾਪੂ ਜੀ ਚੈੱਕ ਦਿਓ ਜੀ, ਬਲੈਂਕ ਮੈਂ ਪੈਸੇ ਭਰਾਂ। ਲੈ ਕਾਕਾ ਇੱਦਾਂ ਥੋੜ੍ਹਾ ਹੁੰਦਾ। ਅਗਲੀ ਵਾਰੀ ਬਾਪੂ ਲੱਗਾ ਬੋਲਣ ਅਸੈਂਬਲੀ 'ਚ, ਉਹ ਕਹਿੰਦਾ ਮੈਨੂੰ ਚੈੱਕ ਤਾਂ ਪਹਿਲੇ ਦੇ ਦਿਓ, ਕਹਿੰਦਾ ਇੱਦਾਂ ਨਹੀਂ। ਉਹਦੇ ਬਾਅਦ ਬਾਦਲ ਸਾਹਿਬ ਨੇ ਉੱਥੇ ਜਾ ਕੇ ਸੰਗਤ ਦਰਸ਼ਨ ਰੱਖੇ ਉਸ ਇਲਾਕੇ 'ਚ। ਮੁੰਡਾ ਫਿਰ ਉੱਥੇ ਚਲਾ ਗਿਆ, ਲਾਈਨ 'ਚ ਖਲੋ ਗਿਆ। ਜਦੋਂ ਵਾਰੀ ਆਈ ਜਾ ਕੇ ਕਹਿੰਦਾ ਜੀ ਮੈਂ ਇਸ ਇਲਾਕੇ ਦਾ ਵਿਧਾਇਕ ਹਾਂ, ਤੁਹਾਨੂੰ ਪਤਾ ਤੁਸੀਂ ਵਾਅਦਾ ਕੀਤਾ ਸੀ ਬਲੈਂਕ ਚੈੱਕ ਦਿਓਗੇ, ਲਿਆਓ ਦਿਓ, ਮੈਂ ਉਹ 'ਚ ਪੈਸੇ ਭਰ ਲੂੰਗਾ ਆਪੇ। ਇੱਕ ਵਾਰੀ ਦੋ ਵਾਰੀ ਫਿਰ ਪੁਲਿਸ ਨੂੰ ਆਖਣਾ ਪਿਆ ਕਿ ਜਿੱਥੇ ਵੱਡੇ ਬਾਦਲ ਸਾਹਿਬ ਜਾਣੇ ਨੂੰ ਵੜਨ ਨਾ ਦਿਓ। ਉਦੋਂ ਤੋਂ ਲੈ ਕੇ ਬਹੁਤ ਤੇਜ਼ ਹੈ। ਉਹ ਪਿਛਲੇ 4 ਸਾਲਾਂ 'ਚ ਵੀ ਰੌਲਾ ਪਾਉਂਦਾ ਰਿਹਾ ਕਿ ਪੰਜਾਬ ਦਾ ਖਜ਼ਾਨਾ ਜਿਹੜਾ ਉਹਦਾ ਨੁਕਸਾਨ ਕਰ ਰਹੀਆਂ ਨੇ ਬਾਦਲ ਪਰਿਵਾਰ ਦੀਆਂ ਬੱਸਾਂ। ਪਿਛਲੇ ਹਫ਼ਤੇ ਉਹਨੇ ਇੱਕ ਦਿਨ ਅਚਾਨਕ ਜਾ ਕੇ ਬਠਿੰਡੇ ਬੱਸ ਅੱਡੇ ਦੇ ਵਿੱਚ ਅੱਧੀ ਰਾਤ ਨੂੰ ਐਕਸ਼ਨ ਕੀਤਾ ਜੀ। ਅਫਸਰਾਂ ਨੂੰ ਆਖਿਆ ਕਿ ਬੱਸ ਅੱਡੇ ਦੇ ਵਿੱਚ ਬਾਦਲਾਂ ਦਾ ਦਫ਼ਤਰ ਬਣਿਆ, ਆਰਜੀ ਢਾਂਚਾ ਹੈ, ਏਸੀ ਲੱਗੇ ਨੇ, ਕਿੱਦਾਂ ਚੱਲਦਾ ਪਿਆ, ਸਰਕਾਰੀ ਥਾਂ 'ਤੇ ਦਫ਼ਤਰ ਕਿੱਦਾਂ ਚਲਾ ਸਕਦੇ, ਮਸ਼ੀਨਾਂ ਲਿਆਓ ਹੁਣੇ ਪੁੱਟੋ ਢਾਓ ਇਹਨੂੰ। ਰਾਤੋਂ ਰਾਤ ਢਾਹ ਕੇ ਸਵੇਰ ਤੱਕ ਟੋਟਲ ਥਾਂ ਸਾਫ਼ ਕਰ ਦਿੱਤੀ। ਬਾਦਲਾਂ ਨੂੰ ਉਦੋਂ ਸਮਝ ਆਉਣੀ ਚਾਹੀਦੀ ਸੀ ਕੰਮ ਖਰਾਬ ਹੋ ਰਿਹਾ, ਨਹੀਂ ਸਮਝੇ। ਉਹਨੇ ਅਫਸਰਾਂ ਨੂੰ ਸੱਦ ਕੇ 2-3 ਵਾਰੀ ਆਖਿਆ ਕਿ ਹੁਣ ਤੱਕ ਰੂਟ ਪਰਮਿਟਾਂ ਤੋਂ ਵੱਧ ਬੱਸਾਂ ਚੱਲਦੀਆਂ ਇਹਨਾਂ ਦੀਆਂ ਤੇ ਮੈਂ ਨਹੀਂ ਚੱਲਣ ਦੇਣੀਆਂ। ਇਹਨਾਂ ਨੂੰ ਇਹ ਸੀ ਕਿ ਅਫਸਰ ਸਾਡੇ ਆ, ਕਿਹੜਾ ਕਿਸੇ ਨੇ ਪੁੱਛਣਾ ਜੀ। ਕੱਲ੍ਹ ਉਹਨੇ ਅਚਾਨਕ ਐਕਸ਼ਨ ਕੀਤਾ। 15 ਬੱਸਾਂ ਫੜੀਆਂ ਨੇ, ਜਿਨ੍ਹਾਂ 'ਚੋਂ 2-3 ਥਾਵਾਂ ਤੋਂ ਰਲਾ ਕੇ 3-4 ਬੱਸਾਂ ਇਹਨਾਂ ਦੀਆਂ ਨੇ ਬਾਦਲ ਪਰਿਵਾਰ ਦੀਆਂ, ਔਰਬਿਟ ਐਵੀਏਸ਼ਨ ਦੀਆਂ, ਰਾਜਧਾਨੀ ਟਰਾਂਸਪੋਰਟ ਦੀਆਂ ਵੀ ਨੇ। ਬਾਕੀ ਬੱਸਾਂ ਅਕਾਲੀ ਦਲ ਦੇ ਨਾਲ ਨੇੜ ਵਾਲਿਆਂ ਦੀਆਂ ਨੇ, ਔਰ ਉਹ ਨੇ ਜਿਨ੍ਹਾਂ ਦੇ ਉੱਤੇ ਦੋਸ਼ ਹੈ ਕਿ ਕਾਗਜ਼ ਪੂਰੇ ਨਹੀਂ, ਟੈਕਸ ਪੂਰੇ ਨਹੀਂ, ਆਹ ਵਾ ਉਹ ਵਾ ਨੁਕਸ ਹੈ। ਹੋ ਸਕਦਾ ਕੋਈ ਇਹੋ ਜਿਹੀ ਵੀ ਹੋਵੇ ਜਿਹਦਾ ਵੱਡਾ ਨੁਕਸ ਨਹੀਂ ਲੱਭਾ ਤੇ ਦਾੜੀ ਹਲਦੀ ਦਾ ਨੁਕਸ ਹੀ ਹੋਵੇ, ਪਰ ਫੜੀਆਂ ਨੇ ਜੀ। ਜੇ ਉਹਨਾਂ 'ਚ ਨੁਕਸ ਆ, ਫੜੀਆਂ ਗਈਆਂ, ਚੰਗਾ ਕੀਤਾ। ਪਰ ਮੈਂ ਇੱਕ ਬੇਨਤੀ ਕਰੂੰਗਾ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਇਸ ਮਾਮਲੇ 'ਚ ਆਪਣਾ ਪੱਲਾ ਸਾਫ਼ ਰੱਖਣਾ ਚਾਹੀਦਾ ਕਿ ਕੱਲ੍ਹ ਨੂੰ ਲੋਕ ਇਹ ਨਾ ਕਹਿਣ ਕਿ ਇਕੱਲੇ ਅਕਾਲੀਆਂ ਦੀਆਂ ਬੱਸਾਂ ਫੜਦਾ। ਇੱਦਾਂ ਦੀਆਂ ਬੱਸਾਂ ਕਾਂਗਰਸੀਆਂ ਦੀਆਂ ਵੀ ਚੱਲਦੀਆਂ ਪਈਆਂ ਨੇ। ਤੇ ਜੇ ਇਹ ਹੋਵੇ ਕਿ ਕਾਂਗਰਸੀ ਰਾਜ ਹੈ ਇਸ ਕਰਕੇ ਉਹਨਾਂ ਦੀਆਂ ਨਹੀਂ ਫੜਦੀਆਂ, ਅਕਾਲੀਆਂ ਦੀਆਂ ਫੜਨੀਆਂ, ਤੇ ਕੱਲ੍ਹ ਨੂੰ ਹਾਲਾਤ ਬਦਲ ਗਏ ਤੇ ਫਿਰ ਕਾਂਗਰਸੀਆਂ ਦੀਆਂ ਮੁਸ਼ਕਾਂ ਕੱਸੀਆਂ ਜਾਣਗੀਆਂ, ਨਾਲ ਬਦਨਾਮੀ ਹੋਊਗੀ। ਇਸ ਕਰਕੇ ਰਾਜਾ ਵੜਿੰਗ ਦਾ ਜਿਹੜਾ ਕੰਮ ਹੈ ਉਹ ਸਿਰਫ ਇਹ ਨਹੀਂ ਕਿ ਜਾਇਜ਼ ਹੋਣਾ ਚਾਹੀਦਾ, ਲੋਕਾਂ ਨੂੰ ਦਿਸਣਾ ਵੀ ਚਾਹੀਦਾ ਕਿ ਜਾਇਜ਼ ਕਰਦਾ ਪਿਆ, ਮੈਂ ਕੋਈ ਜ਼ਿਆਦਤੀ ਨਹੀਂ ਕਰਦਾ ਪਿਆ। ਜੇ ਇੱਕ ਤਰਫਾ ਚੱਲਿਆ ਤੇ ਦੋਸ਼ ਲੱਗੇਗਾ, ਇਹਦੇ ਤੋਂ ਬਚ ਕੇ ਠੀਕ ਕੰਮ ਠੀਕ ਢੰਗ ਨਾਲ ਠੀਕ ਨੁਕਤਿਆਂ ਦੇ ਮੁਤਾਬਕ ਕਰਨਾ ਚਾਹੀਦਾ, ਵਧੀਕੀ ਨਹੀਂ ਹੋਣੀ ਚਾਹੀਦੀ। ਪਰ ਸਾਹਿਬ ਤੁਸੀਂ ਦੋਸ਼ ਦੀ ਗੱਲ ਕੀਤੀ ਹੈ, ਰਾਤ ਵੀ ਇੱਕ ਬੱਸ ਆਪਰੇਟਰ ਦਾ ਮਾਲਕ ਸੀਗਾ, ਉਹ ਕਹਿੰਦਾ ਲਾਲ ਪੀਲੀਆਂ ਬੱਸਾਂ ਵੀ ਚੱਲਦੀਆਂ ਪਈਆਂ ਭਾਈ, ਸਾਡਾ ਖੁੱਲ੍ਹਾ ਚੈਲੰਜ ਆ, ਤੁਸੀਂ ਉਹ ਇੱਕ ਦੀ ਰੋਕ ਕੇ ਦਿਖਾ ਦਿਓ। ਸਵਾਲ ਤਾਂ ਰਾਤ ਹੀ ਚੁੱਕਣੇ ਸ਼ੁਰੂ ਕਰਤੇ ਸੀ ਉਹਨਾਂ ਨੇ। ਇਹ ਚੁੱਕਣਗੇ ਜੇ ਤਾਂ ਇਹ ਕਰਨੀਆਂ ਪੈਣ। ਕੋਈ ਵੀ ਖਰਾ ਬੰਦਾ ਜੇ ਚੱਲ ਪਵੇ
ਸਾਰੀ ਫੋਰਸ ਨਾਲ ਲੈ ਲੇ, 24 ਘੰਟਿਆਂ ਦੇ ਵਿੱਚ ਘੱਟੋ ਘੱਟ 1000 ਤੋਂ ਵੱਧ ਬੱਸਾਂ ਘੇਰ ਕੇ ਥਾਣਿਆਂ 'ਚ ਲਾਈਆਂ ਜਾ ਸਕਦੀਆਂ। ਜੀ ਪੰਜਾਬ ਵਿੱਚ 24 ਬੱਸਾਂ ਚੱਲਦੀਆਂ, ਜਿਨ੍ਹਾਂ ਦਾ 30 ਕਿਲੋਮੀਟਰ ਦਾ ਪਰਮਿਟ ਹੈ ਤੇ 300 ਕਿਲੋਮੀਟਰ ਚੱਲਦੀਆਂ। ਉਹ ਵੀ ਬੱਸਾਂ ਚੱਲਦੀਆਂ ਜਿਨ੍ਹਾਂ ਦਾ ਟੂਰਿਸਟ ਪਰਮਿਟ ਹੈ, ਪਰ ਉਹ ਸਵਾਰੀਆਂ ਅੱਡਿਆਂ ਤੋਂ ਚੁੱਕਦੀਆਂ ਪਈਆਂ ਤੇ ਕੋਈ ਪੁੱਛਦਾ ਨਹੀਂ। ਉਹ ਵੀ ਬੱਸਾਂ ਚੱਲਦੀਆਂ ਜਿਨ੍ਹਾਂ ਦੀ ਕਦੇ ਰਜਿਸਟ੍ਰੇਸ਼ਨ ਹੀ ਨਹੀਂ ਹੋਈ। ਲੁਧਿਆਣੇ 'ਚ ਰੋਜ਼ ਰਾਤ ਨੂੰ ਘੱਟੋ ਘੱਟ 70-80 ਬੱਸਾਂ ਚੱਲਦੀਆਂ, ਜਿਨ੍ਹਾਂ ਦੀ ਨੰਬਰ ਪਲੇਟ ਤੇ ਅਗਲੇ ਪਾਸੇ ਨੰਬਰ ਹੋਰ ਲਿਖਿਆ ਹੁੰਦਾ, ਪਿੱਛੇ ਹੋਰ ਲਿਖਿਆ ਹੁੰਦਾ। ਜੀ ਉਹ ਨਾਲ ਦੇ ਰਾਜਾਂ ਨੂੰ ਜਾਂਦੀਆਂ ਨੇ, ਦਿੱਲੀ ਤੱਕ, ਏਅਰਪੋਰਟ ਤੱਕ ਜਾਂਦੀਆਂ ਨੇ। ਕਮਾਲ ਦੀ ਗੱਲ ਇਹ ਹੈ ਕਿ ਲੁਧਿਆਣੇ ਦੀ ਪੁਲਿਸ ਤਾਂ ਦਬਕੇ ਤੋਂ ਡਰਦੀ ਹੋਵੇਗੀ ਕਿਸੇ ਤੋਂ। ਕਿਸੇ ਦੀ ਸਰਕਾਰ ਆ ਤੇ ਕਿਸੇ ਦੀ ਸਰਕਾਰ ਆ ਸਕਦੀ ਹੈ, ਹੁਣ ਵਾਲਿਆਂ ਤੋਂ ਵੀ ਡਰਦੀ ਹੋਊ ਤੇ ਆਉਣ ਵਾਲਿਆਂ ਤੋਂ ਵੀ ਡਰਦੀ ਹੋਊ, ਇਸ ਕਰਕੇ ਬੱਸਾਂ ਚੈੱਕ ਨਹੀਂ ਕਰਦੀ। ਹਰਿਆਣੇ ਵਾਲਿਆਂ ਨਾਲ ਵੀ ਅੱਖ ਮਿਲੀ ਹੋਊਗੀ, ਦਿੱਲੀ ਵਾਲਿਆਂ ਨੂੰ ਵੀ ਮਿਲੀ ਹੋਊ। ਇਹ ਸਾਰੀਆਂ ਥਾਵਾਂ ਤੇ ਅੱਖ ਮਿਲੀ ਤਾਂ ਬੱਸਾਂ ਚੱਲਦੀਆਂ ਨੇ, ਜਾਂ ਫਿਰ ਉਹ ਕਾਗਜ਼ਾਂ ਦੀ ਰਿਸ਼ਤੇਦਾਰੀ ਹੈ ਜਿਨ੍ਹਾਂ ਦੇ ਉੱਤੇ ਬਾਪੂ ਗਾਂਧੀ ਦੀ ਫੋਟੋ ਛਾਪੀ ਜਾਂਦੀ ਹੈ। ਜੀ ਲੈਣ ਦੇਣ ਹੁੰਦਾ, ਮੂੰਹ ਖਾਂਦਾ ਅੱਖਾਂ ਸ਼ਰਮਾਉਂਦੀਆਂ ਨੇ, ਇਸ ਕਰਕੇ ਹੁੰਦਾ ਪਿਆ ਕੰਮ। ਆ ਜਿੰਨੇ ਵੱਡੇ ਵੱਡੇ ਅਫਸਰ ਆ, ਇਹਨਾਂ ਦੀ ਪ੍ਰਾਪਰਟੀ ਤਾਂ ਚੈੱਕ ਕਰੋ ਜਾ ਕੇ। ਜਦੋਂ ਇਹ ਅਫਸਰੀ ਤੇ ਆਏ ਸੀ, ਇਹਨਾਂ 'ਚੋਂ ਅੱਧੇ ਤੋਂ ਵੱਧ ਕੱਚੇ ਕੋਠਿਆਂ 'ਚੋਂ ਆਏ ਸੀ, ਤੇ ਅੱਜ ਇਹਨਾਂ ਦੇ ਕੋਲ ਇੰਨੀਆਂ ਜਾਇਦਾਦਾਂ ਨੇ। ਮੈਨੂੰ ਪਤਾ ਲੱਗਾ ਇੱਕ ਟਰਾਂਸਪੋਰਟ ਨਾਲ ਜੁੜੇ ਹੋਏ ਅਫਸਰ ਨੂੰ ਉਹਦੇ ਪਿੰਡ ਦੇ ਕਹਿੰਦੇ ਆ ਨਿੱਕਾ ਬਿਰਲੇ ਸੇਠ ਨਾਲ ਜੋੜ ਕੇ ਉਹਦਾ ਨਾਂ ਕਿਉਂ ਲਿਆ ਜਾਂਦਾ? ਕਿਉਂਕਿ ਜਦੋਂ ਦਾ ਉਹ ਟਰਾਂਸਪੋਰਟ ਮਹਿਕਮੇ 'ਚ ਆਇਆ, ਹਮੇਸ਼ਾ ਮਲਾਈਦਾਰ ਪੋਸਟਾਂ ਤੇ ਰਿਹਾ। ਉਹਦੇ ਖਿਲਾਫ ਸ਼ਿਕਾਇਤਾਂ ਵੀ ਹੁੰਦੀਆਂ ਰਹੀਆਂ ਤੇ ਪ੍ਰਾਪਰਟੀ ਇੰਨੀ ਕੁ ਬਣਾ ਗਿਆ, ਨਾ ਉਹਨੂੰ ਅਕਾਲੀ ਸਰਕਾਰ ਵੇਲੇ ਕਿਸੇ ਨੇ ਰੋਕਿਆ, ਨਾ ਕਾਂਗਰਸੀ ਸਰਕਾਰ ਵੇਲੇ ਰੋਕਿਆ। ਉਹ ਦੋਵਾਂ ਸਰਕਾਰਾਂ ਵੇਲੇ ਕਮਾਊ ਪੁੱਤ ਹੁੰਦਾ ਸੀ, ਅੱਗੋਂ ਵੀ ਉਹਨੇ ਕਮਾਊ ਪੁੱਤ ਰਹਿਣਾ। ਇੱਕ ਪਿਛਲੀ ਸਰਕਾਰ ਵੇਲੇ ਟਰਾਂਸਪੋਰਟ ਕਮਿਸ਼ਨਰ ਹੁੰਦਾ ਸੀ, ਉਹਦੇ ਪੁੱਤਰ ਨੂੰ ਗਲਤ ਢੰਗ ਨਾਲ ਤਰੱਕੀਆਂ ਦੇ ਕੇ ਟਰਾਂਸਪੋਰਟ ਅਫਸਰ ਬਣਾ ਦਿੱਤਾ ਗਿਆ। ਅਫਸਰਾਂ ਦੀਆਂ ਤਰੱਕੀਆਂ ਤੋਂ ਤਰੱਕੀਆਂ। ਜਿਹੜੀ ਗੱਲ ਨਵਜੋਤ ਸਿੰਘ ਸਿੱਧੂ ਕਹਿੰਦਾ ਸੀ ਰਲ ਮਿਲ ਕੇ ਕੰਮ ਚੱਲਦਾ ਪਿਆ, ਜੀ 75-25 ਕਹਿੰਦਾ ਸੀ। ਜੋ ਨਾ ਚੱਲਦਾ ਹੁੰਦਾ ਤੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੂੰ ਆ ਕੇ ਇਹੋ ਜਿਹੇ ਗਲਤ ਕੰਮ ਹੋਏ ਜਿਹੜੇ ਸੀ ਰੋਕਣੇ ਤਾਂ ਚਾਹੀਦੇ ਸੀ। ਕੁਝ ਰੋਕੇ ਵੀ ਸੀ। ਇੱਕ ਮੁੰਡਾ ਕਿਸੇ ਮੰਤਰੀ ਦੇ ਨਾਲ, ਅਕਾਲੀ ਮੰਤਰੀ ਨਾਲ ਲੱਗਾ ਹੁੰਦਾ ਸੀ, ਕਲਰਕ ਸੀਗਾ, ਝੂਠ ਬੋਲ ਕੇ ਜੀ ਮੈਂ ਐਮਏ ਪਾਸ ਹਾਂ ਤੇ 2 ਐਮਏ ਪਾਸ ਕੀਤੀਆਂ, ਪੀਸੀਐਸ ਅਫਸਰ ਬਣ ਗਿਆ ਸੀ। ਪੰਜਾਬ ਪਬਲਿਕ ਸਰਵਿਸ ਕਮਿਸ਼ਨ ਨੇ ਕਹਿਤਾ ਇਹਨੇ ਤੇ ਬੀਏ ਨਹੀਂ ਕੀਤੀ, ਝੂਠੀ ਡਿਗਰੀ ਨਾਲ ਐਮਏ ਕਰਕੇ ਤੇ ਮੁੜ ਕੇ ਇੱਦਾਂ ਕਰਤਾ। ਔਰ ਜਿਨ੍ਹਾਂ ਦਿਨਾਂ 'ਚ ਕਹਿੰਦਾ ਮੈਂ ਯੂਨੀਵਰਸਿਟੀ ਜਾਂਦਾ, ਉਹਨਾਂ ਦਿਨਾਂ 'ਚ ਦੇ ਮੰਤਰੀ ਦੇ ਨਾਲ ਮੀਟਿੰਗਾਂ 'ਚ ਹੁੰਦਾ ਸੀ। ਉਹਦਾ ਕੇਸ ਬਣਦਾ ਰਿਹਾ, ਪਿਛਲੀ ਸਰਕਾਰ ਨੇ ਨਹੀਂ ਸੀ ਨੱਪਿਆ। ਹਾਈ ਕੋਰਟ ਦੇ ਆਰਡਰ ਤੇ ਉਹਨੂੰ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਹੁੰਦਿਆਂ ਉਹ ਦੀਨਾਨਗਰ ਐਸਡੀਐਮ ਲੱਗੇ ਨੂੰ ਹਟਾ ਕੇ ਤੇ ਹੁਣ ਕਲਰਕ ਬਣਾਇਆ ਗਿਆ। ਸਵਾਲ ਤਾਂ ਇਹ ਵੀ ਉੱਠਦਾ ਕਿ ਜਿਹੜਾ ਇਹੋ ਜਿਹਾ ਘਾਉ ਘੱਪ ਸੀ, ਜਿਹਨੇ ਇਹੋ ਜਿਹੀ ਹੇਰਾਫੇਰੀ ਕੀਤੀ ਸੀ, ਉਹਨੂੰ ਦੀਨਾਨਗਰ ਮੰਤਰੀ ਦੇ ਹਲਕੇ ਦੇ ਵਿੱਚ, ਕਾਂਗਰਸੀ ਮੰਤਰੀ ਦੇ ਹਲਕੇ 'ਚ ਐਸਡੀਐਮ ਕਿਹਨੇ ਲਵਾਤਾ ਸੀ? ਅਕਾਲੀ ਤਾਂ ਨਹੀਂ ਲਵਾ ਸਕਦੇ ਜੀ। ਤੇ ਜੇ ਇਸ ਤਰ੍ਹਾਂ ਦੀਆਂ ਮਤਲਬ ਸਾਂਝਾਂ ਉਹਦੇ ਵਾਸਤੇ ਪਾਲੀਆਂ ਗਈਆਂ, ਇੱਦਾਂ ਦੀਆਂ ਸਾਂਝਾਂ ਅੱਜ ਟਰਾਂਸਪੋਰਟ ਮਹਿਕਮੇ 'ਚ ਵੀ ਪਾਲਣ ਵਾਸਤੇ ਬਹੁਤ ਸਾਰੇ ਲੋਕ ਨੇ। ਇਹ ਮਸ਼ਹੂਰੀ ਹੈ ਕਿ ਦੀਵਾਲੀ ਦੇ ਉੱਤੇ ਜਿਹੜੇ ਅਫਸਰ ਆ, ਲੀਡਰਾਂ ਦੇ ਘਰਾਂ 'ਚ ਮਠਿਆਈ ਦੇ ਡੱਬੇ ਨਹੀਂ ਲੈ ਕੇ ਜਾਂਦੇ। ਡੱਬਾ ਮਠਿਆਈ ਵਾਲਾ ਹੁੰਦਾ, ਵਿੱਚ ਕੁਝ ਹੋਰ ਭਰਿਆ ਹੁੰਦਾ ਜੀ। ਚਰਚੇ ਤੇ ਇੱਥੋਂ ਤੱਕ ਆ ਕਿ ਵੱਡੇ ਲੀਡਰਾਂ ਦੇ ਘਰ ਮਠਿਆਈ ਵਾਲਾ ਡੱਬਾ ਦੇ ਕੇ ਜਦੋਂ ਚੱਲ ਜਾਂਦੇ ਆ, ਬਾਅਦ 'ਚੋਂ ਡੱਬਾ ਖੋਲ੍ਹਦੇ ਆ ਤੇ ਡੱਬੇ ਦੇ ਨਾਲ ਕਾਰ ਦੀ ਚਾਬੀ ਪਈ ਹੁੰਦੀ ਆ। ਬਾਹਰ ਸੜਕ ਦੇ ਕੰਢੇ ਕਾਰ ਖੜੀ ਕਰ ਜਾਂਦੇ ਜੀ, ਆ ਕਾਰ ਲੈ ਕੇ ਦੇ ਚੱਲੇ ਆ। ਇੱਥੋਂ ਤੱਕ ਚਰਚਾ ਚੱਲਦੀ ਹੈ। ਇਹਨਾਂ ਸਾਰਿਆਂ ਨੂੰ ਨੱਥ ਪਾਉਣ ਦੀ ਲੋੜ ਹੈ। ਪਿਛਲੇ ਦਿਨਾਂ ਚੈੱਕ ਤੇ ਕਰੋ ਕਿ ਦੀਵਾਲੀ ਦੇ ਇਹੋ ਜਿਹੇ ਮੌਕਿਆਂ ਦੇ ਉੱਤੇ, ਨਵੇਂ ਸਾਲ ਦੇ ਉੱਤੇ, ਕਿਹੜੇ ਅਫਸਰ ਆ ਜਿਨ੍ਹਾਂ ਨੇ ਕਾਰਾਂ ਖਰੀਦੀਆਂ, ਸਿਰਫ ਖਰੀਦੀਆਂ ਨਹੀਂ, ਉਹਨਾਂ ਦੀ ਪੇਮੈਂਟ ਕਿਹਨੇ ਕੀਤੀ ਸੀ ਪਤਾ ਤੇ ਕਰ ਲਓ, ਪਤਾ ਲੱਗ ਜੂ ਜੀ। ਬਹੁਤ ਕੁਝ ਇਹੋ ਜਿਹਾ ਹੋਇਆ ਪਿਆ ਜਿਹਨੂੰ ਚੈੱਕ ਕਰਨ ਦੀ ਲੋੜ ਹੈ। ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਸਾਰੀਆਂ ਫਾਈਲਾਂ ਖੋਲ੍ਹਣੀਆਂ ਪੈਣੀਆਂ। ਪੰਨੂ ਸਾਹਿਬ, ਅਮਰਿੰਦਰ ਸਿੰਘ ਰਾਜਾ ਵੜਿੰਗ ਹੁਣ ਤੇ ਚਾਹੇ ਉਧਰ ਕੈਪਟਨ ਅਮਰਿੰਦਰ ਸਿੰਘ ਹੁਣ, ਦੋਹੀ ਚਰਚਾ ਵਿੱਚ ਬਹੁਤ ਚੱਲਦੇ ਪਏ ਆ। ਕੈਪਟਨ ਸਾਹਿਬ ਹੁਣ ਦਿੱਲੀ ਪਹੁੰਚ ਗਏ ਆ। ਇਹ ਕੀ ਹੋ ਗਿਆ? ਜਦੋਂ ਸੱਤਾ ਵਿੱਚ ਸੀਗੇ ਕੰਮ ਤਾਂ ਉਦੋਂ ਵੀ ਬਹੁਤ ਸੀਗੇ, ਹੁਣ ਥੋੜੇ ਨਾਲ ਵੀ ਹੈ, ਲਾਂਭੇ ਵੀ ਹੈ, ਪਰ ਇੰਨੇ ਕੰਮ ਕਿਹੜੇ ਜਿਹੜੇ ਵਾਰ-ਵਾਰ ਦਿੱਲੀ ਗੇੜੇ ਵੱਜਣ ਲੱਗ ਪਏ? ਉਹ ਦਿੱਲੀ 'ਚ ਬਹੁਤ ਸਾਰੇ ਕੰਮ ਨੇ। ਦੇਖੋ, ਮੁੱਖ ਮੰਤਰੀ ਨਹੀਂ ਰਹੇ ਜੀ, ਪਰ
ਸਿਆਸਤ ਦਾ ਜਿਹੜਾ ਝੱਸ ਹੈ ਉਹ ਤਾਂ ਨਹੀਂ ਚਲਾ ਗਿਆ। ਹੂੰ ਜੇ ਇਸ ਵੇਲੇ ਰਾਜ ਨਹੀਂ ਕਰਦੇ ਤੇ ਗਾਂਹ ਕਰ ਲੈਣਗੇ। ਸ਼ਾਹਜਹਾਨ ਨੂੰ ਆਗਰੇ ਦੇ ਕਿਲ੍ਹੇ 'ਚ ਕੈਦ ਕਰ ਦਿੱਤਾ ਸੀ ਤੇ ਉਹਨੇ ਉੱਥੋਂ ਆਪਣੇ ਪੁੱਤਰ ਨੂੰ ਬਾਦਸ਼ਾਹ ਬਣੇ ਔਰੰਗਜ਼ੇਬ ਨੂੰ ਚਿੱਠੀ ਲਿਖੀ ਸੀ ਕਿ ਇੱਥੇ ਸਿਪਾਹੀਆਂ ਦੇ ਬੱਚੇ ਆ, ਮੈਂ ਅਰਬੀ ਫਾਰਸੀ ਦਾ ਵਿਦਵਾਨ ਆ, ਮੈਂ ਇਹਨਾਂ ਨੂੰ ਪੜ੍ਹਾ ਦਿਆ ਕਰਾਂ। ਤੇ ਔਰੰਗਜ਼ੇਬ ਨੇ ਦਰਬਾਰ 'ਚ ਚਿੱਠੀ ਪੜ੍ਹ ਕੇ ਸੁਣਾਈ ਤੇ ਉੱਥੇ ਕਹਿੰਦਾ, ਲੈ ਮੇਰਾ ਪਿਓ ਰਾਜਗੱਦੀ ਤੋਂ ਲਾਹਤਾ, ਕਿਲ੍ਹੇ 'ਚ ਕੈਦ ਆ, ਅਜੇ ਵੀ ਰਾਜ ਕਰਨ ਦੀ, ਹੁਕਮ ਚਲਾਉਣ ਦੀ ਆਦਤ ਨਹੀਂ ਗਈ। ਉਹ ਕਹਿੰਦਾ ਦੇਸ਼ ਦੇ ਨਾਂ ਸੀ 4 ਬੱਚਿਆਂ 'ਤੇ ਹੀ ਹੁਕਮ ਚਲਾ ਲੂੰਗਾ। ਕੈਪਟਨ ਅਮਰਿੰਦਰ ਸਿੰਘ ਵੀ ਅਜੇ ਕੁਰਸੀ ਤੋਂ ਉੱਠਣ ਤੋਂ ਬਾਅਦ ਹੁਕਮ ਚਲਾਉਣ ਵਾਲਾ ਜਿਹੜਾ ਮਤਲਬ ਮਨ ਦੇ ਵਿੱਚ ਖਿਆਲ ਆ ਉਹ ਛੱਡ ਨਹੀਂ ਸਕਿਆ। ਉਹ ਇਸ ਵਾਰੀ ਨਹੀਂ, ਅਗਲੀ ਵਾਰੀ ਸਹੀ ਕਿਸੇ ਨਾ ਕਿਸੇ ਗੱਲ ਦੀ ਝਾਕ ਦੇ ਵਿੱਚ ਦਿੱਲੀ ਤੱਕ ਦੇ ਜਿਹੜੇ ਮੁੜ ਗੇੜੇ ਮਾਰਤਾ, ਉਹ ਗੇੜੇ ਦੱਸਦੇ ਆ ਕਿ ਕੁਝ ਨਾ ਕੁਝ ਹੁੰਦਾ ਪਿਆ, ਕੁਝ ਤੌੜੀ ਦੇ ਵਿੱਚ ਰਿੱਝਦਾ ਪਿਆ। ਹਾਲ ਦੀ ਘੜੀ ਤੇ ਢੱਕੀ ਰਿੱਝੇ ਤੇ ਕੋਈ ਨਾ ਬੁੱਝੇ, ਪਰ ਇਹਦੀ ਜਿਹੜੀ ਹਵਾੜ ਆਉਂਦੀ ਪਈ ਬਾਹਰ, ਜਿਹੜੇ ਦਿੱਲੀ ਤੋਂ ਕਨਸੂਆਂ ਤੇ ਅਵਾੜੇ ਆਉਂਦੇ ਪਏ ਆ, ਉਹ ਇਹ ਦੱਸਦੇ ਆ ਕਿ ਅੰਦਰੇ ਅੰਦਰ ਕੁਝ ਹੁੰਦਾ ਪਿਆ। ਭਾਜਪਾ ਵਿੱਚ ਤੇ ਸ਼ਾਮਲ ਉਹਨੇ ਹੋਣਾ ਨਹੀਂ ਕਿ ਬਦਨਾਮੀ ਹੋਊਗੀ ਜੀ। ਕਾਂਗਰਸ ਉਹ ਛੱਡ ਚੁੱਕਾ, ਪਰ ਕੋਈ ਇਹੋ ਜਿਹਾ ਕੰਮ ਕਰਨ ਵਾਸਤੇ ਨਵੀਂ ਮੋੜੀ ਕੱਢਣ ਨੂੰ ਤਿਆਰ ਹੈ ਜਿਹੜੀ ਪੰਜਾਬ ਦੀ ਰਾਜਨੀਤੀ 'ਚ ਅਗਲੇ ਸਾਲ ਕੋਈ ਨਾ ਕੋਈ, ਜੇ ਵੱਡਾ ਜਲਵਾ ਨਾ ਸੀ ਤੇ ਦਾਲ 'ਚ ਕੋਕੜੂ ਬਣ ਕੇ ਤੇ ਜ਼ਰੂਰ ਰੜਕੂਗੀ। ਪੰਜ ਸਾਹਿਬ ਗੱਲ ਤਾਂ ਫਿਰ ਉਹ ਹੋ ਗਈ ਨਾ, ਵੱਡੇ ਬਾਦਲ ਸਾਹਿਬ ਕਹਿੰਦੇ ਮੇਰੀ ਆਖਰੀ ਚੋਣ ਆ ਤੇ ਮੁੱਖ ਮੰਤਰੀ ਉਹ ਵੱਡੇ ਬਾਦਲ ਸਾਹਿਬ ਦੀ ਗੱਲ ਛੱਡੋ, ਉਹਨਾਂ ਨੇ ਤਾਂ ਸਾਲ 2000 'ਚ ਵੀ ਆਖਿਆ ਸੀ ਕਾਕਾ ਆ ਜਿਹੜੀ 2002 ਦੀ ਚੋਣ ਮੇਰੀ ਆਖਰੀ ਹੈ। ਫਿਰ ਉਹਨਾਂ 2007 'ਚ ਆਖਿਆ, ਉਹਨਾਂ 2012 'ਚ ਆਖਿਆ, 2017 'ਚ ਆਖਿਆ, ਹੁਣ ਉਹਨਾਂ ਨੇ 2022 'ਚ ਵੀ ਆਖਣਾ ਮੇਰੀ ਆਖਰੀ ਹੈ। ਤੇ ਸੱਚੇ ਪਾਤਸ਼ਾਹ ਉਹਨਾਂ ਦੀ ਉਮਰ ਦਾ ਧਾਗਾ ਲੰਮਾ ਕਰੇ, ਉਹ 2027 'ਚ ਵੀ ਇਹੋ ਕਹਿਣਗੇ। ਪੰਜ ਸਾਹਿਬ ਦੇਖਦੇ ਹਾਂ ਕੌਣ ਅੱਗੇ ਜਾ ਕੇ ਕੀ ਕਹਿੰਦਾ, ਪਰ ਖਬਰਾਂ ਤੇ ਚਰਚਾ ਕੀਤੀ ਹੈ। ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਉਮੀਦ ਕਰਦੇ ਹਾਂ ਤੁਹਾਨੂੰ ਇਹ ਪ੍ਰੋਗਰਾਮ ਜ਼ਰੂਰ ਪਸੰਦ ਆਇਆ ਹੋਣਾ। ਹੁਣ ਮੈਨੂੰ ਨਵਜੀਤ ਨੂੰ ਦਿਓ ਇਜਾਜ਼ਤ। ਦੇਖਦੇ ਰਹੋ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।